ਭਾਰਤ ਚੀਨ ਵਿਵਾਦ ਤੋਂ ਬਾਅਦ ਭਾਰਤ ਦੇ ਵਿੱਚ ਐਪਲੀਕੇਸ਼ਨਸ ਚਾਈਨਾ ਦੀਆਂ ਬੈਨ ਕਰ ਦਿੱਤੀਆਂ ਗਈਆਂ ਤੇ ਉਹਨਾਂ ਦੇ ਵਿੱਚ ਇੱਕ ਫੇਮਸ ਐਪਲੀਕੇਸ਼ਨ ਸੀ ਮੋਬਾਈਲ ਐਪਲੀਕੇਸ਼ਨ ਟਿਕਟੌਕ। ਬਹੁਤ ਸਾਰੇ ਇੰਡੀਅਨ ਲੋਕ ਉਸ ਤੇ ਜੁੜੇ ਹੋਏ ਸੀ ਔਰ ਬਹੁਤ ਸਾਰੇ ਲੋਕ ਮਾਯੂਸ ਵੀ ਹੋਏ ਕਿਉਂਕਿ ਲੱਖਾਂ ਲੋਕਾਂ ਦੇ ਕਰੋੜਾਂ ਫਾਲੋਅਰਸ ਸੀਗੇ ਜੋ ਕਿ ਸਿਫਰ ਹੋ ਗਏ ਕਿਉਂਕਿ ਟਿਕਟੌਕ ਐਪ ਇੰਡੀਆ ਦੇ ਵਿੱਚ ਬੈਨ ਹੋ ਗਿਆ। ਪਰ ਹੁਣ ਇੱਕ ਪੰਜਾਬ ਦੇ ਨੌਜਵਾਨ ਇੰਜੀਨੀਅਰ ਨੇ ਐਪਲੀਕੇਸ਼ਨ ਡਿਵੈਲਪ ਕੀਤੀ ਹੈ, ਨਾਮ ਟਿਕਟੌਕ ਆ, ਪਰ ਜਿਹੜਾ ਚਾਈਨਾ ਦਾ ਟਿਕਟੌਕ ਸੀ ਉਹਦਾ ਨਾਮ ਸੀ TIKTOK, ਪਰ ਇਹਨਾਂ ਨੇ ਨਾਮ ਦਿੱਤਾ TICTOK। ਨਾਲ ਹੀ ਇਹਨਾਂ ਨੇ ਐਪਲੀਕੇਸ਼ਨ ਜਿਹੜੀ ਹੈ ਉਹ ਤਾਂ ਗੂਗਲ ਪਲੇ ਸਟੋਰ ਤੇ ਮੌਜੂਦ ਹੈ, ਹੁਣ ਮਿਲ ਗਈ ਹੈ ਤੁਹਾਨੂੰ, ਡਾਊਨਲੋਡ ਤੁਸੀਂ ਉੱਥੋਂ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਹੋਰ ਕੀ ਫੀਚਰਸ ਹੈ ਤੇ ਆਈਡੀਆ ਕਿਵੇਂ ਆਇਆ ਕਿ ਟਿਕਟੌਕ ਦੇ ਜੋ ਯੂਜ਼ਰਸ ਨੇ ਉਹਨਾਂ ਨੂੰ ਦੁਬਾਰਾ ਫਿਰ ਇਸ ਪਲੇਟਫਾਰਮ ਤੇ ਲਿਆਂਦਾ ਜਾਵੇ। ਸੁਮੇਸ਼ ਸੈਣੀ ਜੀ ਸਾਡੇ ਨਾਲ ਨੇ। ਸੁਮੇਸ਼ ਜੀ, ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ, ਤੁਸੀਂ ਇੱਕ ਇੰਡੀਅਨ ਜਿਹੜੀ ਦੇਸੀ ਟਿਕਟੌਕ ਬਣਾ ਦਿੱਤਾ ਤੇ ਇਸ ਦੇ ਵਿੱਚ ਆਪਸ਼ਨਸ ਕੀ ਰਹਿਣਗੇ, ਫੀਚਰਸ ਕੀ ਰਹਿਣਗੇ? ਥੈਂਕ ਯੂ ਸੋ ਮਚ। ਦੇਸੀ ਨਹੀਂ ਹੈ, ਇੰਟਰਨੈਸ਼ਨਲ ਟਿਕਟੌਕ ਹੈ। ਨਹੀਂ, ਦੇਸੀ ਮੈਂ ਤਾਂ ਕਿਹਾ ਕਿਉਂਕਿ ਉਹ ਚਾਈਨਾ ਦਾ ਸੀਗਾ, ਇਹ ਸਵਦੇਸ਼ੀ ਹੈ। ਸਵਦੇਸ਼ੀ ਕਹਿ ਦਈਏ ਤਾਂ ਬੈਟਰ ਹੋਏਗਾ, ਦੇਸੀ ਨਹੀਂ ਹੈ। ਪੂਰੇ ਇੰਟਰਨੈਸ਼ਨਲ ਸਟੈਂਡਰਡਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਇਹਨੂੰ ਐਪ ਨੂੰ ਡਿਵੈਲਪ ਕੀਤਾ ਹੈ ਤੇ ਲਾਂਚ ਕੀਤਾ ਹੈ। ਤੋ ਬੇਸਿਕਲੀ ਜਿਹੜੇ ਚਾਈਨਾ ਦੀ ਟਿਕਟੌਕ ਬੰਦ ਕੀਤੀ ਸੀ ਅਸੀਂ, ਜਿਹੜਾ ਡਿਸੀਜ਼ਨ PM ਸਾਹਿਬ ਨੇ ਲਿਆ ਸੀਗਾ, ਅਤੇ ਉਹ ਸੀਗਾ ਕਿ ਡੇਟਾ ਇੰਡੀਆ ਤੋਂ ਬਾਹਰ ਜਾ ਰਿਹਾ। ਕਾਫੀ ਚੀਜ਼ਾਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਚਾਹੀਦੀਆਂ ਸੀਗੀਆਂ, ਫਿਰ ਵੀ ਉਹ ਲੈ ਰਹੇ ਸੀਗੇ। ਕੋਈ ਕੰਟੈਕਟ ਲਿਸਟ ਦੀ ਪਰਮਿਸ਼ਨ ਮੰਗਦੇ ਪਏ ਸੀਗੇ, ਨੈਵੀਗੇਸ਼ਨ ਦੀ, GPS ਲੋਕੇਸ਼ਨਸ ਦੀ ਐਂਡ ਆਲ ਦੈਟ, ਉਹ ਸਾਰੀਆਂ ਨਹੀਂ ਹੈਗੀਆਂ ਸਾਡੀ ਐਪ ਦੇ ਵਿੱਚ। ਅਸੀਂ ਸਿਰਫ ਇੱਕ ਅਗਰ ਅਸੀਂ ਵੀਡੀਓ ਪਾਉਣੀ ਤਾਂ ਕੈਮਰਾ ਦੀ ਪਰਮਿਸ਼ਨ ਮੰਗਦੇ ਹਾਂ। ਉਹ ਬੜੀ ਟਰਾਂਸਪੈਰੈਂਸੀ ਹੈ। ਪਹਿਲੀ ਗੱਲ ਤਾਂ ਇਹ ਸੀਗੀ ਕਿ ਇਹਨੂੰ ਲਾਂਚ ਕਰਨ ਦਾ ਪਹਿਲਾ ਖਿਆਲ ਇਹ ਆਇਆ ਕਿ ਸਵਦੇਸ਼ੀ ਐਪ ਹੋਣੀ ਚਾਹੀਦੀ ਹੈ। ਉਹਨਾਂ ਨੇ ਜਿਹੜਾ ਵੋਕਲ ਫॉर ਲੋਕਲ ਦਾ ਇੱਕ ਸਲੋਗਨ ਦਿੱਤਾ ਸੀ, ਅਸੀਂ ਉਹਨੂੰ ਫੋਲੋ ਕੀਤਾ। ਪੂਰੀ ਕਮਿਊਨਿਟੀ ਦੇ ਵਿੱਚ ਗੁੱਸਾ ਸੀਗਾ, ਅਸੀਂ ਬਾਰਡਰ 'ਤੇ ਤਾਂ ਜਾ ਕੇ ਲੜ ਨਹੀਂ ਸਕਦੇ, ਅਸੀਂ ਆਪਣੀ ਫਰਟਰਨਿਟੀ 'ਚ ਲੜ ਸਕਦੇ ਹਾਂ। ਅਤੇ ਅਸੀਂ ਆਪਣੀ ਫਰਟਰਨਿਟੀ ਦੇ ਵਿੱਚ ਜੋ ਕਰ ਸਕਦੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਅਸੀਂ ਲੜਾਂਗੇ। ਔਰ ਸੈਕਿੰਡ ਚੀਜ਼ ਇਹ ਸੀਗੀ ਕਿ ਡੇਟਾ ਇੰਡੀਆ ਤੋਂ ਬਾਹਰ ਨਾ ਜਾਵੇ, ਇੰਡੀਆ ਦੇ ਵਿੱਚ ਰਵੇ, ਸਿਕਿਉਰ ਰਵੇ ਐਪ। ਔਰ ਸਾਰੇ ਯੂਜ਼ਰ ਜਿਹੜੇ ਔਰ ਟਿਕਟੌਕ ਦੇ ਵਿੱਚ ਨਾ ਕਾਫੀ ਕਨਫਿਊਜ਼ਨ ਸੀਗੀ। ਉਹ ਟਿਕਟੌਕ ਸਟਾਰ ਜਿਹੜੇ ਸੀਗੇ ਉਹ ਸੁਸਾਈਡਸ ਦੀਆਂ ਵੀ ਖਬਰਾਂ ਆਈਆਂ ਜਦੋਂ ਬੈਨ ਹੋ ਗਈ। ਅਤੇ ਇੱਦਾਂ ਕਰਨ ਦਾ ਕਿਉਂ ਹੋਇਆ? ਠੀਕ ਹੈ ਜੀ, ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਉਹਦੇ ਵਿੱਚ ਸੀਗਾ ਕਿ ਕੋਈ ਟਿਕਟੌਕ ਦਾ ਕੋਈ ਮੋਨਟਾਈਜੇਸ਼ਨ ਮੈਥਡ ਨਹੀਂ ਸੀਗਾ। ਤੁਸੀਂ ਟਿਕਟੌਕ ਤੋਂ ਅਰਨ ਨਹੀਂ ਕਰਦੇ ਸੀ, ਲੋਕਲ ਬ੍ਰਾਂਡਸ ਤੋਂ ਤੁਸੀਂ ਅਰਨ ਕਰ ਸਕਦੇ ਹੋ, ਪਰ ਤੁਸੀਂ ਟਿਕਟੌਕ ਤੁਹਾਨੂੰ ਪੈਸੇ ਨਹੀਂ ਦਿੰਦੀ। ਪਰ ਸਾਡੇ ਦੇ ਵਿੱਚ ਅਸੀਂ ਪੂਰਾ ਮੋਨਟਾਈਜੇਸ਼ਨ ਸਟਰਕਚਰ ਲੈ ਕੇ ਆਏ ਹਾਂ ਕਿ ਸਾਡੀ ਐਪ ਤੁਹਾਨੂੰ ਪੈਸੇ ਵੀ ਦੇਊਗੀ। ਅਗਰ ਤੁਸੀਂ ਕੰਟੈਂਟ ਕ੍ਰੀਏਟਰ ਹੋ, ਤੁਸੀਂ ਚੰਗਾ ਕੰਟੈਂਟ ਕ੍ਰੀਏਟ ਕਰਦੇ ਹੋ, ਤੁਹਾਨੂੰ ਬਿਲਕੁਲ ਪੈਸੇ ਮਿਲਣਗੇ। ਉਹ ਕਿਸ ਤਰ੍ਹਾਂ ਦੇਵੋਗੇ? ਕਿਉਂਕਿ ਇਹ ਤਾਂ ਬਹੁਤ ਔਖਾ, ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜ ਜਾਣਗੇ, ਪੇਮੈਂਟ ਆਊਗੀ ਕਿੱਥੋਂ, ਮੋਡਿਊਲ ਕੀ ਰਹੂਗਾ ਉਹਦਾ? ਸਰ, ਮੋਡਿਊਲ ਦਾ ਸਟਰਕਚਰ ਸਮਝਾਉਣਾ ਤਾਂ ਬਹੁਤ ਮੁਸ਼ਕਿਲ ਹੈ। ਅਰਾਊਂਡ 2000 ਪੇਜ ਦੀ ਫਾਈਲਸ ਹੈਗੀਆਂ ਸਟਰਕਚਰ। ਪਰ ਜਿੱਦਾਂ ਹੁਣ YouTube 'ਤੇ ਤੁਸੀਂ ਜੁੜੇ ਹੋਵੋਗੇ, ਜਿੱਦਾਂ YouTube ਤੁਹਾਨੂੰ ਪੈਸੇ ਦਿੰਦੀ ਹੈ ਮੋਨਟਾਈਜੇਸ਼ਨ ਦੇ, ਉੱਦਾਂ ਹੀ ਸਾਡੀ ਐਪ ਦੇਗੀ। ਅਗਰ ਅਸੀਂ ਕਿਸੇ ਕੋਲ $1 ਕਮਾਉਂਦੇ ਪਏ ਹਾਂ ਅਤੇ ਸਾਨੂੰ 75 ਸੈਂਟਸ ਦੇਣ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਤੁਸੀਂ ਕੰਟੈਂਟ ਕ੍ਰੀਏਟਰ ਹੋ, ਤੁਸੀਂ ਉਹਦੇ ਓਨਰ ਹੋ ਕੰਟੈਂਟ ਦੇ। ਸੇਮ ਸਟਰਕਚਰ ਜਿਹੜਾ ਅਸੀਂ ਫੋਲੋ ਕੀਤਾ ਉਹ ਸੇਮ ਸਟਰਕਚਰ ਰਹੇਗਾ ਮੋਨਟਾਈਜੇਸ਼ਨ ਦਾ, ਸੇਮ ਸਟਰਕਚਰ ਪੇ ਆਊਟ ਦਾ ਰਹੇਗਾ। ਅਸੀਂ ਪੋਲਿਸੀਜ਼ ਰੱਖੀਆਂ, ਉੱਥੇ ਸਟਰਕਚਰ ਰੱਖਿਆ। ਅਗਰ ਤੁਹਾਡੇ ਫੋਲੋਅਰਸ ਅੱਛੇ ਹੈਗੇ ਆ, ਤੁਸੀਂ ਉਹ 'ਤੇ ਐਡ ਇਨੇਬਲ ਕਰ ਦਿਓ, ਉਹ ਤੁਹਾਡੇ ਅਕਾਊਂਟ 'ਚ ਡਾਇਰੈਕਟਲੀ ਹਰ ਵੀਡੀਓ ਦੇ ਪੈਸੇ, ਹਰ ਵੀਡੀਓ ਮੋਨਟਾਈਜ਼ ਹੋਏਗੀ ਜੇ ਉਹ ਤੁਹਾਡਾ ਆਪਣਾ ਕੰਟੈਂਟ ਹੈ। ਹੁਣ ਤੁਸੀਂ ਕਿਸੇ ਦੀ ਕਾਪੀ ਕਰਕੇ ਨਹੀਂ ਪਾ ਸਕਦੇ, ਠੀਕ ਹੈ। ਉਹ ਕਾਪੀਰਾਈਟ ਇਸ਼ੂਜ਼ ਵੀ ਉਹਦੇ ਵਿੱਚ ਅਸੀਂ ਸਟਰਕਚਰ ਰੱਖਿਆ, ਉਹ ਸਾਰਾ ਹੀ ਸਟਰਕਚਰ ਚੱਲੇਗਾ ਔਰ ਤੁਹਾਨੂੰ ਮੋਨਟਾਈਜੇਸ਼ਨ ਦੇ ਪੈਸੇ ਆਉਣਗੇ, ਤੁਸੀਂ ਅਰਨ ਕਰੋਗੇ ਸਾਡੀ ਐਪ ਤੋਂ। ਠੀਕ ਹੈ। ਪ੍ਰਚਾਰ ਪ੍ਰਸਾਰ ਕਿਸ ਤਰ੍ਹਾਂ ਕਰ ਰਹੇ ਹੋ? ਅਤੇ ਦੂਸਰੀ ਗੱਲ ਇਹ ਹੈ ਕਿ ਡਾਊਨਲੋਡਸ ਕਿੰਨੇ ਕੁ ਹੋ ਗਏ ਔਰ ਗੂਗਲ ਪਲੇ ਸਟੋਰ 'ਤੇ ਜਿੱਦਾਂ ਤੁਸੀਂ ਦੱਸਿਆ ਕਿ ਮੌਜੂਦ ਹੈ ਹੁਣ ਐਪਲੀਕੇਸ਼ਨ, ਔਰ ਡਾਊਨਲੋਡਸ ਕਿੰਨੇ ਹੋ ਗਏ ਆ ਇਸ ਦੇ ਔਰ ਕਿੰਨੇ ਕੁ ਲੋਕਾਂ ਨੇ ਸਾਈਨ ਅਪ ਕਰਤਾ ਇਸ 'ਤੇ? ਸਰ, ਕਾਫੀ ਅੱਛੀ ਰੀਚ ਆਈ ਹੈ, ਸਾਨੂੰ 2-2.5 ਲੱਖ ਦੀ ਰੀਚ ਆਈ ਹੈ। ਡਾਊਨਲੋਡਸ ਦਾ ਹਾਲੇ ਸਾਡੇ ਕੋਲ ਐਨਾਲਿਸਟ ਨਹੀਂ ਆਇਆ, ਉਹ ਅਰਾਊਂਡ 48 ਆਵਰਸ 'ਚ ਆਉਂਦਾ ਹੈ ਗੂਗਲ ਐਨਾਲਿਟਿਕ ਦੇ ਵਿੱਚ ਅਸੀਂ ਕਰਾਂਗੇ। ਰਿਸਪੌਂਸ ਬਹੁਤ ਅੱਛਾ ਹੈ, ਲੋਕ ਬਹੁਤ ਜ਼ਿਆਦਾ ਜੁੜ ਰਹੇ ਆ ਸਾਡੇ ਨਾਲ, ਬਹੁਤ ਸਾਰੇ ਲੋਕ ਵੀਡੀਓਜ਼ ਅਪਲੋਡ ਕਰ ਰਹੇ ਆ ਔਰ ਬੜਾ ਅੱਛਾ ਰਿਸਪੌਂਸ ਹੈ। ਵੀ ਆਰ ਸੋ ਹੈਪੀ ਇਨ ਦਿਸ ਕੰਪਨੀ ਕਿ ਕਾਫੀ ਇੰਡੀਆ ਦੇ ਲੋਕਾਂ ਨੇ ਉਹਨੂੰ ਪਸੰਦ ਕੀਤਾ। ਈਵਨ ਇੰਡੀਆ ਦੇ ਵੀ, ਨਾਰਥ ਅਮਰੀਕਾ ਦੀ ਵੀਡੀਓਜ਼ ਆਈਆਂ, ਈਵਨ ਸਾਊਥ ਅਫਰੀਕਾ ਦੇ ਵੀ ਕੁਛ ਯੂਜ਼ਰ ਸਾਡੇ ਨਾਲ ਜੁੜੇ ਆ। ਵੀ ਆਰ ਸਰਪ੍ਰਾਈਜ਼ਡ ਕਿ ਉਹਨਾਂ ਤੱਕ ਵੀ ਇਹ ਪਹੁੰਚ ਚੁੱਕੀ ਹੈ ਐਪ। ਸੁਮੇਸ਼ ਜੀ, ਜਿੱਦਾਂ ਕਿ ਟਿਕਟੌਕ ਐਪਲੀਕੇਸ਼ਨ ਸੀ, ਚਾਈਨਾ ਦਾ ਐਪ ਸੀਗਾ, ਉਸ 'ਤੇ ਇੰਡੀਅਨ ਬਹੁਤ ਸਾਰੇ ਕਰੋੜਾਂ ਦੀ ਗਿਣਤੀ ਦੇ ਵਿੱਚ ਮਿਲੀਅਨਸ ਲੋਕ ਉਸ 'ਤੇ ਜੁੜੇ ਹੋਏ ਸੀਗੇ। ਤੁਹਾਨੂੰ ਲੱਗਦਾ ਹੈ ਕਿ ਉਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਲੋਕ ਜੁੜਨਗੇ, ਇੰਨਾ ਸਪੋਰਟ ਲੋਕ ਕਰਨਗੇ, ਇਸ ਟਿਕਟੌਕ 'ਤੇ ਆ ਜਾਣਗੇ ਲੋਕ? ਉਹ ਟਿਕਟੌਕ ਤਾਂ ਬੈਨ ਹੋ ਗਿਆ, ਇਸ ਟਿਕਟੌਕ 'ਤੇ ਆ ਜਾਣਗੇ ਲੋਕ? ਬਿਲਕੁਲ
ਬਿਲਕੁਲ ਆਉਣਗੇ ਅਗਰ ਅਸੀਂ ਉਹਨਾਂ ਨੂੰ ਸੇਮ ਆਫਰ ਕਰਾਂਗੇ ਸਰਵਿਸਿਜ਼, ਕਿਉਂ ਨਹੀਂ ਆਉਣਗੇ? ਇੱਕ ਸਵਦੇਸ਼ੀ ਐਪ ਹੈ, ਇੰਡੀਆ ਦੀ ਐਪ ਹੈ, ਕੋਈ ਅਸੀਂ ਡਾਟਾ ਨਹੀਂ ਚੋਰੀ ਕਰਦੇ ਪਏ। ਫਰੈਂਕਲੀ ਉਹ ਚੋਰੀ ਹੈ ਸੀਗੀ ਜਿਹੜੀ ਕਰਦਾ ਪਿਆ ਸੀ ਟਿਕਟੋਕ, ਉਹ ਇਸ ਲਈ ਬੈਨ ਕੀਤੀ। ਅਸੀਂ ਕੋਈ ਚੋਰੀ ਨਹੀਂ ਕਰਦੇ ਪਏ, ਅਸੀਂ ਉਹਨਾਂ ਨੂੰ ਪੈਸੇ ਵੀ ਦੇ ਰਹੇ ਹਾਂ ਕਿ ਤੁਸੀਂ ਆਓ ਪੈਸੇ ਕਮਾਓ। ਕਿਸੇ ਦਾ ਸਪੋਜ਼ ਤੁਸੀਂ ਕਹਿੰਦੇ 1 ਕਰੋੜ ਫੋਲੋਅਰ ਸੀ ਕਿਸੇ ਦਾ, ਜਾਂ ਨੂਰ ਨੂੰ ਲੈ ਲਓ ਜਾਂ ਕੋਈ ਹੋਰ ਬੱਚੇ ਨੂੰ ਲੈ ਲਓ ਜਿਹੜਾ ਟਿਕਟੋਕ ਸਟਾਰ ਸੀਗੇ, ਉਹਨਾਂ ਦੇ ਕਰੋੜਾਂ 'ਚ ਫੋਲੋਅਰ ਸੀਗੇ। ਪੈਸੇ ਕਿੱਥੋਂ ਆਉਂਦੇ ਸੀ? ਪੈਸੇ ਆਉਂਦੇ ਨਹੀਂ ਪਏ ਸੀ, ਪੈਸੇ ਲੋਕਲ ਬ੍ਰਾਂਡ ਤੋਂ ਆਉਂਦੇ ਪਏ ਸੀ। ਕਿਸੇ ਨੇ ਸਪੋਂਸਰ ਕਰਤਾ, ਯਾਰ ਮੇਰੀ ਐਡਵਰਟਾਈਜ਼ਮੈਂਟ ਕਰਦੇ ਆਪਣੀ ਵੀਡੀਓ 'ਚ, ਉੱਥੋਂ ਪੈਸੇ ਆਉਂਦੇ ਸੀ, ਪਰ ਟਿਕਟੋਕ ਤੋਂ ਨਹੀਂ ਆਉਂਦੇ ਪਏ ਸੀ ਜਿੱਦਾਂ ਯੂਟਿਊਬ ਤੋਂ ਆਉਂਦੇ ਆ। ਕਿਉਂ ਨਹੀਂ ਆਉਂਦੇ ਸੀ? ਜੇ ਮੇਰਾ 1 ਕਰੋੜ ਫੋਲੋਅਰ ਆ, ਇਹ ਯੂਟਿਊਬ 'ਤੇ ਸਾਡਾ 1 ਕਰੋੜ ਹੋਵੇ ਸਬਸਕ੍ਰਾਈਬਰ, ਤੁਹਾਨੂੰ ਕਿੰਨੇ ਪੈਸੇ ਆਉਣਗੇ? ਬਟ ਟਿਕਟੋਕ ਨਹੀਂ ਦਿੰਦਾ ਪਿਆ ਸੀ। ਉਹ ਇੱਕ ਕਿਸਮ ਦੀ ਚੋਰੀ ਸੀ ਇੰਡੀਆ ਦੇ ਨਾਲ ਕਰਦਾ ਪਿਆ। ਅਸੀਂ ਉਹਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹਨੂੰ ਅਸੀਂ ਇੰਨੀਆਂ ਸਾਰੀਆਂ ਸਰਵਿਸਿਜ਼ ਦੇ ਰਹੇ ਹਾਂ, ਪੈਸੇ ਵੀ ਦੇ ਰਹੇ ਹਾਂ, ਰੋਜ਼ਗਾਰ ਵੀ ਦੇ ਰਹੇ ਹਾਂ ਇੱਕ ਕਿਸਮ ਦਾ, ਠੀਕ ਹੈ ਜੀ। ਜੇ ਤੁਹਾਡੇ ਫੋਲੋਅਰਸ ਆ, ਅੱਛੇ ਕੰਟੈਂਟ ਕ੍ਰੀਏਟਰ ਹੋ, ਤਾਂ ਸਾਰੇ ਲੋਕ ਜੁੜਨਗੇ। 1-2 ਦਿਨ ਦੀ ਗੱਲ ਹੈਗੀ ਹੈ, ਅਵੇਅਰਨੈਸ ਦੀ ਗੱਲ ਹੈਗੀ ਹੈ। ਸਟਾਰਸ ਨੂੰ ਅਵੇਅਰਨੈਸ ਨਹੀਂ ਹੈਗੀ ਜਿਹੜੀ ਆਈ ਹੈ, ਕਿਉਂਕਿ ਸਟ੍ਰਾਈਕਸ ਵੀ ਆ ਰਹੀਆਂ, ਯੂਟਿਊਬ 'ਤੇ ਹੈਕ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਐਪ ਨੂੰ, ਠੀਕ ਹੈ। ਅਸੀਂ ਉਹਨੂੰ ਟੈਕਲ ਕਰਦੇ ਹੋਏ ਸਾਡੀ ਪੂਰੀ ਟੀਮ ਬੈਠੀ ਹੋਈ ਹੈ। ਸਾਰੇ ਸਿਕਿਉਰਿਟੀ ਮੈਜਰਸ ਵੀ ਲੈਣੇ ਹੁੰਦੇ ਆ ਉਸ ਦੇ ਵਿੱਚ। ਉਹ 1-2 ਦਿਨ ਦੀ ਗੱਲ ਹੈਗੀ, iOS 'ਤੇ ਵੀ ਆ ਜਾਏਗੀ ਸਾਡੀ, ਤਾਂ ਓਬਵੀਅਸਲੀ ਸਾਨੂੰ ਰਿਸਪੌਂਸ ਅੱਛਾ ਆਏਗਾ। ਵੀ ਆਰ ਸੋ ਕੌਨਫੀਡੈਂਟ ਅਬਾਊਟ ਦੈਟ। ਜਿੱਦਾਂ ਕਿ ਟਿਕਟੋਕ ਤੇ ਵੱਡੇ ਵੱਡੇ ਸਟਾਰਸ ਵੀ ਜੁੜੇ ਹੋਏ ਸੀ, ਲੱਗਦਾ ਇਸ ਤੇ ਵੀ ਜੁੜਨਗੇ, ਤੁਹਾਨੂੰ ਸਪੋਰਟ ਮਿਲੂਗਾ ਉਹਨਾਂ ਦਾ, ਉਹ ਲੋਕ ਵੀ ਇਸ ਪਲੇਟਫਾਰਮ ਤੇ ਆਉਣਗੇ? ਸਰ ਸਵੇਰ ਤੋਂ ਮੈਨੂੰ ਕਾਫੀ ਸਟਾਰ ਦੇ ਫੋਨ ਆ ਚੁੱਕੇ ਹੈ। ਵੈਰੀਫਿਕੇਸ਼ਨ ਦਾ ਵੀ ਅਸੀਂ ਇੱਕ ਸਟਰਕਚਰ ਬਣਾਇਆ ਹੋਇਆ ਹੈ ਕਿ ਬਲੂ ਬੈਜ ਨਹੀਂ ਮਿਲਦਾ ਸੀ ਟਿਕਟੋਕ 'ਤੇ, ਅਸੀਂ ਉਹਦਾ ਵੀ ਇੱਕ ਸਟਾਰ ਲਈ ਸਟਰਕਚਰ ਬਣਾ ਦਿੱਤਾ ਹੈ ਆਰਗੇਨਾਈਜੇਸ਼ਨ ਲਈ। ਕੋਈ ਮੀਡੀਆ ਹਾਊਸ ਹੈ, ਕੋਈ ਬੈਂਕਿੰਗ ਸੈਕਟਰ ਹੈ, ਜਾਂ ਅਲੱਗ-ਅਲੱਗ ਆਰਗੇਨਾਈਜੇਸ਼ਨਸ ਹੈ ਨਾ, ਜੇ ਤੁਹਾਡੀ ਹੈਗੀ ਤਾਂ ਤੁਸੀਂ ਆਪਣੇ ਡਾਕੂਮੈਂਟ ਅਪਲੋਡ ਕਰੋ, ਤਾਂ ਸਾਡਾ ਸਿਸਟਮ ਦੇਖੇਗਾ, ਸਾਡੀ ਮੈਨੇਜਮੈਂਟ ਦੇਖੇਗੀ, ਤੁਹਾਨੂੰ ਵੈਰੀਫਾਈ 24 ਆਵਰਸ 'ਚ ਅਸੀਂ ਰਿਪਲਾਈ ਕਰਾਂਗੇ, ਕਰਨਾ ਜਾਂ ਨਹੀਂ ਕਰਨਾ। ਜੇ ਨਹੀਂ ਕਰਨਾ ਕਿਉਂ ਨਹੀਂ ਕਰਨਾ, ਰੀਜ਼ਨ ਵੀ ਦੇਵਾਂਗੇ। ਫੇਸਬੁੱਕ ਮੰਗਰ ਨਹੀਂ ਕਿ ਅਸੀਂ ਪਿਕ ਐਂਡ ਚੂਜ਼ ਕਰਾਂਗੇ, ਉਹ ਫੇਸਬੁੱਕ ਰਿਪਲਾਈ ਹੀ ਨਹੀਂ ਕਰਦੀ। ਉਹ ਸਿਰਫ ਇੱਕ ਸਟਰਕਚਰ ਕਰ ਦਿੰਦੀ, ਇੰਡੀਆ ਦੇ ਵਿੱਚ ਅਲਾਉ ਨਹੀਂ ਹਾਲੇ ਕਰਦੇ ਪਏ, ਅਸੀਂ ਇੰਡੀਆ ਦੇ ਵਿੱਚ ਆਉਂਦੇ ਨਹੀਂ ਵੀ ਪਿਕ ਐਂਡ ਚੂਜ਼ ਕਰਦੇ ਪਏ ਆ। ਉਹ ਬਾਕੀਆਂ ਨੂੰ ਕਰ ਦਿੰਦੇ ਆ, ਸਾਨੂੰ ਕਿਸੇ ਨੂੰ 100 ਨੂੰ ਵੀ ਫੋਲੋਅਰਸ ਨੂੰ ਵੀ ਵੈਰੀਫਾਈ ਕਰ ਦਿੰਦੇ ਆ, ਕਿਸੇ ਦਾ 1 ਮਿਲੀਅਨ ਉਹਨੂੰ ਵੀ ਨਹੀਂ ਕਰਦੇ। ਅਸੀਂ ਬਿਲਕੁਲ ਸਟਰਕਚਰ ਲੈ ਕੇ ਆ ਰਹੇ ਹਾਂ ਇਹਦੇ ਵਿੱਚ। ਉਹ ਸਾਡੇ ਲਈ ਬੜੀ ਅੱਛੀ ਚੀਜ਼ ਹੈ ਕਿ ਅਸੀਂ ਸਾਰਿਆਂ ਨਾਲ ਜੁੜਾਂਗੇ। ਸਾਰੇ ਸਟਾਰਸ ਦਾ ਵੀ ਬੜਾ ਅੱਛਾ ਰਿਸਪੌਂਸ ਆ ਰਿਹਾ। 1-2 ਦਿਨ 'ਚ ਤੁਸੀਂ ਦੇਖੋ ਕਿ ਕਾਫੀ ਸਟਾਰ ਸਾਡੇ ਨਾਲ ਜੁੜ ਜਾਣਗੇ। ਮੋਬਾਈਲ ਦੇ ਵਿੱਚ ਤੁਹਾਡੇ ਖੁੱਲੀ ਹੋਈ ਹੈ ਐਪਲੀਕੇਸ਼ਨ ਜਿਹੜੀ ਤੁਸੀਂ ਡਿਵੈਲਪ ਕੀਤੀ ਹੈ? ਹਾਂਜੀ ਖੁੱਲੀ ਹੈ ਤਾਂ ਉਹ ਦਿਖਾ ਦਿਓ ਫੀਚਰਸ ਕੀ ਨੇ। ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਦਿਖਾ ਦੇਣ ਇੱਕ ਵਾਰ ਜੋ ਐਪਲੀਕੇਸ਼ਨ ਹੈ। ਤੁਸੀਂ ਦੇਖੋਗੇ ਸੇਮ ਲੇਆਊਟ ਹੈ ਇਹਦਾ, ਸੇਮ ਲੇਆਊਟ ਕਰਦੇ ਪਏ ਆ ਰੋਜ਼। ਅਭੀ ਹੁਣੇ 2-2 ਮਿੰਟ ਬਾਅਦ ਵੀਡੀਓਜ਼ ਅਪਲੋਡ ਕਰਦੇ ਪਏ ਆ, ਸਾਰੇ ਸਾਡੇ ਨਾਲ ਜੋੜ ਰਹੇ ਆ। ਸੇਮ ਲੇਆਊਟ ਰੱਖਿਆ ਤਾਂ ਕਿ ਲੋਕਾਂ ਨੂੰ ਕਨਫਿਊਜ਼ਨ ਨਾ ਹੋਵੇ ਕਿ ਸਾਨੂੰ ਇਹ ਚਲਾਣੀ ਨਹੀਂ ਆਉਂਦੀ, ਠੀਕ ਹੈ, ਇਹ ਕਿੱਦਾਂ ਚਲਾਣੀ ਹੈ। ਸਾਰੇ ਰੱਖੇ ਹੋਏ ਆ ਫੀਚਰਸ। ਲਾਈਵ ਦਾ ਫੀਚਰ ਵੀ ਇੱਕ ਅੱਧੇ ਦਿਨ 'ਚ ਅਸੀਂ ਅਪਡੇਟ ਕਰ ਦਾਂਗੇ ਕਿ ਇੱਥੇ ਲਾਈਵ ਹੋਣਗੇ ਲੋਕੀ, ਸਾਰੇ ਫੋਲੋਅਰ ਸਾਡੇ ਨੂੰ ਮੈਸੇਜ ਚਲੇ ਜਾਏਗਾ। SMS ਪ੍ਰੋਟੋਕੋਲ ਅਸੀਂ ਲੈ ਕੇ ਆ ਰਹੇ ਹਾਂ, WhatsApp ਪ੍ਰੋਟੋਕੋਲ ਅਸੀਂ ਲੈ ਕੇ ਆ ਰਹੇ ਹਾਂ। ਤਾਂ ਕਾਫੀ ਅਸੀਂ ਨਵੇਂ ਫੀਚਰ ਇਸ ਐਪ ਦੇ ਵਿੱਚ ਲੈ ਕੇ ਆ ਰਹੇ ਹਾਂ। ਸੋ ਇਹ ਹੈ ਸਵਦੇਸ਼ੀ ਟਿਕਟੋਕ, ਜਿਹਨੂੰ ਅਸੀਂ ਕਹਿ ਸਕਦੇ ਹਾਂ ਜਲੰਧਰ ਸ਼ਹਿਰ ਦੇ ਸੁਮੇਸ਼ ਸੈਣੀ ਨੇ ਡਿਵੈਲਪ ਕਰਤਾ। ਸੁਮੇਸ਼ ਜੀ, ਇੱਕ ਚੀਜ਼ ਜ਼ਿਹਨ ਦੇ ਵਿੱਚ ਸਵਾਲ ਇਹ ਉੱਠ ਰਿਹਾ ਕਿ ਚਾਈਨਾ ਦੇ ਲੋਕਾਂ ਕੋਲ ਇਹੋ ਜਿਹਾ ਕੀ ਹੈ ਕਿ ਉਹਨਾਂ ਨੇ ਬਹੁਤ ਸਾਰੀ ਐਪਲੀਕੇਸ਼ਨ ਸੀ, ਸਾਡੇ ਕਰੋੜਾਂ ਲੋਕ ਉਹਨਾਂ ਦੀ ਐਪਲੀਕੇਸ਼ਨਸ ਨੂੰ ਯੂਜ਼ ਕਰਦੇ ਆ। ਹਰ ਕਿਸੇ ਦੇ ਮੋਬਾਈਲ 'ਚ ਉਹਨਾਂ ਦੇ ਲਗਭਗ ਸਾਰੇ ਐਪਲੀਕੇਸ਼ਨਸ ਹੈਗੇ ਆ। ਮੋਬਾਈਲ ਤਾਂ ਖੈਰ ਚਾਈਨਾ ਦੇ ਬਹੁਤ ਗਿਣਤੀ ਲੋਕ ਅਸੀਂ ਵਰਤਦੇ ਹੀ ਹਾਂ, ਪਰ ਇਹੋ ਜਿਹਾ ਕਿ ਸਾਡੇ ਦੇਸ਼ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਕਮੀ ਹੈ ਕੋਈ, ਜਾਂ ਸਾਡੇ ਨੌਜਵਾਨ ਵੀ ਪੜ੍ਹਾਈਆਂ ਕਰਦੇ ਆ, ਬਾਹਰੋਂ ਪੜ੍ਹ ਕੇ ਆਉਂਦਾ, ਕੋਈ ਕਿੱਥੇ ਪੜ੍ਹਦਾ, ਸਾਡੇ ਨੌਜਵਾਨ ਵੀ ਐਕਸਪਰਟ ਹੈਗੇ। ਫਿਰ ਦਿੱਕਤ ਕੀ ਹੈ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਪਿੱਛੇ ਕਿਉਂ ਹੈ ਅਸੀਂ? ਦਿੱਕਤ ਸਿਰਫ ਇਹ ਹੈ ਕਿ ਅਸੀਂ ਬਾਹਰ ਵੇਚਦੇ ਹਾਂ, ਅਸੀਂ ਆਪ ਆਪਣੇ ਘਰ ਦੇ ਵਿੱਚ ਨਹੀਂ ਵੇਚਦੇ। ਅਸੀਂ ਆਪਣੇ ਘਰ 'ਚ ਡਿਵੈਲਪ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਮਿਲਿਆ ਨਹੀਂ ਸੀ ਕੁਝ ਕਦੀ, ਕੋਈ ਸਬਸਿਡੀ ਨਹੀਂ ਹੈਗੀ, ਕੋਈ ਪ੍ਰਮੋਸ਼ਨ ਨਹੀਂ ਹੈਗੀ। ਹੁਣ PM ਨੇ ਵੋਕਲ ਫॉर ਲੋਕਲ ਦਾ ਜਦੋਂ ਦਿੱਤਾ ਸੀ ਸਲੋਗਨ, ਉਹਦੇ ਵਿੱਚ ਅਸੀਂ ਕਿਉਂ ਬਣਾ ਦਿੱਤੀ 4 ਦਿਨ 'ਚ ਐਪ? ਉਹਨਾਂ ਨੂੰ 2.5 ਸਾਲ ਲੱਗੇ ਬਣਾਉਣ ਦੇ ਵਿੱਚ, ਅਸੀਂ 4 ਦਿਨ 'ਚ ਐਪ ਬਣਾ ਕੇ ਪਾ ਦਿੱਤੀ। ਅਸੀਂ ਪਹਿਲਾਂ ਵੀ ਪਾ ਸਕਦੇ ਸੀ, ਮੇਰੀ ਕੰਪਨੀ ਵੀ ਪਾ ਸਕਦੀ ਸੀ, ਮੈਂ ਵੀ ਪਾ ਸਕਦਾ ਸੀ 4 ਦਿਨ ਪਹਿਲਾਂ। ਅਸੀਂ ਕਿਉਂ ਨਹੀਂ ਪਾਈ? ਕਿਉਂਕਿ ਇਹ ਸਾਡੇ ਕੋਲ ਪ੍ਰਮੋਸ਼ਨ ਦਾ ਹੈ ਨਹੀਂ ਸੀਗਾ, ਸਾਡੇ ਕੋਲ ਬਜਟ ਨਹੀਂ ਸੀਗਾ, ਸਾਡੇ ਕੋਲ ਵਿਲ ਪਾਵਰ ਹੀ ਨਹੀਂ ਸੀਗੀ। ਮਤਲਬ ਸਰਕਾਰੀ ਪੱਧਰ ਤੇ ਵੀ ਜਾਂ ਲੋਕਾਂ ਦਾ ਵੀ ਸਪੋਰਟ ਨਹੀਂ ਮਿਲ ਪਾਉਂਦਾ, ਮੇਨ ਗੱਲ ਇਹੀ ਹੈ। ਬਿਲਕੁਲ ਨਹੀਂ ਮਿਲਦਾ, ਬਿਲਕੁਲ ਨਹੀਂ ਮਿਲਦਾ। ਅਸੀਂ ਟਰਸਟ ਕਰਦੇ ਹਾਂ ਅਮਰੀਕਨ ਕੰਪਨੀਜ਼ 'ਤੇ,
ਅਸੀਂ ਨਾਰਥ ਅਮਰੀਕਨ, ਕੈਨੇਡਾ, ਰਸ਼ੀਆ, ਕੋਈ ਬਾਹਰੋਂ ਚੀਜ਼ ਆਉਂਦੀ ਹੈ ਉੱਤੇ ਜ਼ਿਆਦਾ ਟਰਸਟ ਕਰਦੇ ਹਾਂ। ਜੇ ਮੈਂ ਇੰਡੀਆ 'ਚ ਬਣਾ ਕੇ ਦੇਵਾਂਗੇ ਉੱਤੇ ਘੱਟ ਟਰਸਟ ਕਰਦੇ ਹਾਂ। ਬਟ ਇੱਕ ਵਿਲ ਪਾਵਰ ਜਿਹੜੀ ਸੀਗੀ ਚਾਈਨਾ ਦੇ ਖਿਲਾਫ, ਉਹਨੂੰ ਕਹਿ ਲਓ ਮੈਂ ਯੂਜ਼ ਕਰ ਦਿੱਤਾ, ਜਾਂ ਉਹ ਵਿਲ ਪਾਵਰ ਮੇਰੀ ਇੱਕ ਵਿਲ ਪਾਵਰ ਬਣ ਗਈ, ਜੋ ਮੋਦੀ ਸਾਹਿਬ ਨੇ ਕਿਹਾ ਇੱਕ ਸਲੋਗਨ ਦਿੱਤਾ, ਜਾਂ ਮੇਰੀ ਵਿਲ ਪਾਵਰ ਉਹ ਬਣ ਗਈ, ਮੇਰੀ ਕੰਪਨੀ ਦੀ ਬਣ ਗਈ। ਅਤੇ ਅਸੀਂ ਕਿਹਾ ਵੀ ਹੈ ਅਸੈਪਟਡ ਦਾ ਚੈਲੰਜ, ਅਸੀਂ 4 ਦਿਨ ਵਿੱਚ ਬਣਾ ਕੇ ਦੱਸ ਦਾਂਗੇ। ਤੋ ਅਸੀਂ ਬਣਾ ਕੇ ਦਿੱਤੀ ਔਰ ਬਹੁਤ ਅੱਛਾ ਰਿਸਪੌਂਸ ਹੈ। ਔਰ ਮੈਂ ਕਰਦਾ ਕਿ ਇਹ ਤਾਂ ਇੱਕ ਐਪ ਹੈ ਟਿਕਟੋਕ, ਅਸੀਂ 59 ਫੀਚਰਡ ਐਪ ਉਹਨਾਂ ਦੀਆਂ ਬੈਨ ਕੀਤੀਆਂ ਅਤੇ ਸਾਡੇ ਕੋਲ 59 ਓਪਰਚੁਨਿਟੀਜ਼ ਆ। ਔਰ ਮੈਂ ਨਹੀਂ ਕਹਿੰਦਾ, ਮੇਰੀ ਕੰਪਨੀ, ਬਾਕੀ ਵੀ ਕੰਪਨੀਜ਼ ਆਉਣ ਅੱਗੇ ਲਾਂਚ ਕਰਨ, ਵੂਈ ਟਰਾਂਸਫਰ ਲਾਂਚ ਕਰੋ, ਕੈਮ ਸਕੈਨਰ ਲਾਂਚ ਕਰੋ, ਵੂਈ ਬਰਾਊਜ਼ਰ ਲਾਂਚ ਕਰੋ, ਸਾਰੇ ਚੀਜ਼ਾਂ ਇਕੱਠੇ ਮਿਲ ਕੇ ਕਰੋ। ਮੈਂ ਤਾਂ ਜਿਹੜੀ ਮੇਰਾ ਸੀਗਾ, ਮੈਂ ਤਾਂ ਹਾਲੇ ਵੀ 3-4 ਪ੍ਰੋਜੈਕਟ ਸਾਡੇ ਹੋਰ ਆ ਰਹੇ ਹੈ ਜਿਹੜੀਆਂ ਐਪ ਬੈਨ ਕੀਤੀਆਂ, ਅਸੀਂ ਉਹਨੂੰ ਲਾਂਚ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਇਹ ਕਾਫੀ ਘੱਟ ਸ਼ਾਰਟ ਸਪੈਮ 'ਤੇ ਆਪਾਂ 1 ਤੋਂ 1.5 ਹਫ਼ਤੇ ਦੇ ਵਿੱਚ ਉਹਨੂੰ ਲਾਂਚ ਕਰਾਂਗੇ ਬਾਕੀ ਐਪਸ ਨੂੰ। ਪਰ ਬਾਕੀ ਵੀ ਕੰਪਨੀਜ਼ ਆਉਣ, ਇੰਡੀਆ ਦੇ ਵਿੱਚ ਕੋਈ ਟੈਕਨੋਲੋਜੀ ਦੀ ਕਮੀ ਨਹੀਂ ਹੈ, ਔਰ ਇੰਡੀਆ ਦੇ ਵਿੱਚ ਕੋਈ ਵੀ ਇਲਿਟਰੇਟ ਨਹੀਂ ਹੈਗਾ ਡਿਜੀਟਲੀ। ਬਹੁਤ ਅੱਛੇ ਅਸੀਂ ਡਿਵੈਲਪਰਸ ਹੈਗੇ ਹਾਂ, ਬਹੁਤ ਅੱਛਾ ਰਿਸਰਚ ਕਰਦੇ ਹਾਂ, ਔਰ ਅਸੀਂ ਆਈਏ ਅੱਗੇ ਲਾਂਚ ਕਰੀਏ। ਸਾਨੂੰ ਸਪੋਰਟ ਹੈਗੀ ਆ ਮੋਦੀ ਗੌਰਮੈਂਟ ਦੀ, ਪਹਿਲਾਂ ਨਹੀਂ ਸੀਗੀ ਕਿਸੇ ਗੌਰਮੈਂਟ ਦੀ ਸਪੋਰਟ, ਕਿਉਂਕਿ ਉਹ ਚੀਜ਼ਾਂ ਨਹੀਂ ਹੋਈਆਂ ਸੀ। ਹੁਣ ਅਗਰ ਹੋ ਰਹੀਆਂ ਤਾਂ ਲੈਟਸ ਡੂ ਇਟ। ਇੱਕ ਚੀਜ਼ ਦੇਖਣ ਨੂੰ ਬੜੀ ਮਿਲਦੀ ਹੈ ਕਿ ਜਦੋਂ ਕੋਈ ਨਜ਼ਦੀਕ ਤੁਹਾਡੇ ਮੁਹੱਲੇ ਦੇ ਵਿੱਚ ਦੁਕਾਨ ਖੁੱਲ੍ਹ ਜਾਂਦੀ ਹੈ ਨਾ, ਤੁਸੀਂ ਉੱਥੋਂ ਚੀਜ਼ ਨਹੀਂ ਖਰੀਦਦੇ, ਕਹਿੰਦੇ ਕਿ ਬ੍ਰਾਂਡਡ ਸ਼ੋਰੂਮ 'ਤੇ ਜਾਣਾ। ਇਸੇ ਤਰ੍ਹਾਂ ਹੀ ਸਿਸਟਮ ਇਹ ਹੈ, ਕਹਿੰਦੇ ਕਿ ਜੀ ਆਪਦੇ ਦੇਸ਼ ਦਾ ਜਿਹੜਾ ਸਮਾਨ ਹੈ ਉਹ ਨਹੀਂ ਖਰੀਦਣਾ, ਜਾਂ ਐਪਲੀਕੇਸ਼ਨਸ ਜਿਹੜੀਆਂ ਆਮ ਤੌਰ 'ਤੇ ਇਹੀ ਹੈ ਕਿ ਮੋਬਾਈਲ ਕੰਪਨੀਆਂ ਵੀ ਜਿਹੜੀਆਂ ਆਈਆਂ ਸੀਗੀਆਂ ਉਹਨਾਂ ਨੇ ਵੀ ਕੋਈ ਉਹਨਾਂ ਦਾ ਬਹੁਤਾ ਚੰਗਾ ਰਿਸਪੌਂਸ ਵੀ ਨਹੀਂ ਸੀਗਾ। ਸ਼ਾਇਦ ਲੋਕਾਂ ਦਾ ਇਸੇ ਚੀਜ਼ ਨੂੰ ਲੈ ਕੇ ਵਿਸ਼ਵਾਸ ਉੱਠਿਆ ਕਿ ਮੋਬਾਈਲ ਜਿਹੜੇ ਆਏ ਸੀ ਕੰਪਨੀਜ਼ ਦੇ, ਨਾਮ ਤਾਂ ਨਹੀਂ ਮੈਂ ਕੰਪਨੀ ਦਾ ਲਊਂਗਾ, ਪਰ ਉਹਨਾਂ ਦਾ ਕੋਈ ਬਹੁਤਾ ਚੰਗਾ ਰਿਸਪੌਂਸ ਨਜ਼ਰ ਨਹੀਂ ਆਇਆ। ਔਰ ਲੋਕਾਂ ਨੇ ਵੀ ਫਿਰ ਜਿਹੜਾ ਜ਼ਿਆਦਾਤਰ ਲੋਕ ਆ ਜਿਹੜੇ ਚਾਈਨਾ ਦੇ ਮੋਬਾਈਲ ਹੀ ਯੂਜ਼ ਕਰਦੇ ਆ, ਜਾਂ ਫਿਰ ਕੋਈ ਕਹਿੰਦਾ ਕਿ ਆਈਫੋਨ ਯੂਜ਼ ਕਰਨਾ। ਇਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਜਿੱਦਾਂ ਤੁਸੀਂ ਦੱਸਿਆ ਕਿ ਜੀ ਸਪੋਰਟ ਹੁਣ ਮਿਲਣ ਲੱਗੀ ਹੈ, ਅਤੇ ਜਦੋਂ ਕੋਈ ਚੰਗੀ ਚੀਜ਼ ਆਊਗੀ ਲੋਕਾਂ ਦਾ ਸਪੋਰਟ ਵੀ ਮੇਰੇ ਖਿਆਲ ਉਸੇ ਚੀਜ਼ ਨੂੰ ਹੀ ਮਿਲਦਾ। ਸਰ ਸਟੈਂਡਰਡਸ ਸਭ ਤੋਂ ਪਹਿਲਾਂ ਜਦੋਂ ਅਸੀਂ ਕੋਈ ਪ੍ਰੋਡਕਟ ਬਣਾਉਂਦੇ ਹਾਂ ਨਾ, ਉਹਦਾ ਸਟੈਂਡਰਡ ਲਿਮਿਟੇਸ਼ਨਸ ਹੁੰਦੀਆਂ। ਅਸੀਂ ਕੀ ਸਟੈਂਡਰਡਸ ਰੱਖਦੇ ਹਾਂ, ਠੀਕ ਹੈ ਜੀ। ਅਗਰ ਅਸੀਂ ਹੁਣ ਸਾਡੇ ਕੋਲ ਬੰਦੇ ਹੀ ਹੈ ਨਹੀਂ ਇੰਡੀਆ ਦੇ ਵਿੱਚ, ਸਾਰੇ ਅਮਰੀਕਾ ਵਾਲਿਆਂ ਨੂੰ ਗੱਲ ਕਰਦੇ ਪਏ ਆ, ਜਾਂ ਕੈਨੇਡਾ ਵਾਲਿਆਂ ਨੂੰ ਗੱਲ ਕਰਦੇ ਪਏ ਆ, ਮਾਈਕਰੋਸੋਫਟ ਚਲੇ ਗਏ, ਗੂਗਲ 'ਚ ਚਲੇ ਗਏ, ਸਾਡੇ ਕੋਲ ਰਹਿ ਗਿਆ ਰਹਿੰਦ ਖੂੰਦ। ਕਹਿਣਾ ਨਹੀਂ ਚਾਹੂੰਗਾ ਇਹ ਵਰਡ, ਬਟ ਸੱਚਾਈ ਇਹੀ ਹੈ ਨਾ। ਫਿਰ ਉਹਨਾਂ ਜਿਹੜਾ ਪ੍ਰੋਡਕਟ ਬਣੇਗਾ ਤਾਂ ਫਿਰ ਉੱਦਾਂ ਦਾ ਬਣੇਗਾ ਨਾ। ਅਤੇ ਜੇ ਹੁਣ ਇੱਕ ਚੀਜ਼ ਬਣੀ ਹੈ, ਠੀਕ ਹੈ ਜੀ, ਸਾਰੇ IT ਡਿਵੈਲਪਰ ਜਿੰਨੇ ਹੈਗੇ ਹੈ ਇੰਡੀਆ ਦੇ ਵਿੱਚ, ਜਿਹੜੇ ਮੰਨੇ ਪ੍ਰਮੰਨੇ IT ਡਿਵੈਲਪਰਸ ਹੈ, ਅਸੀਂ ਸਾਰੇ ਬਾਹਰ ਕੰਮ ਕਰਕੇ ਭੇਜਦੇ ਹਾਂ। freelancer.com 'ਤੇ ਸਭ ਤੋਂ ਜ਼ਿਆਦਾ ਇੰਡੀਅਨਸ ਬੈਠੇ ਹੈ, ਮਾਈਕਰੋਸੋਫਟ 'ਚ ਸਭ ਤੋਂ ਜ਼ਿਆਦਾ ਇੰਡੀਅਨਸ ਹੈਗੇ ਹੈ, ਗੂਗਲ 'ਚ ਸਭ ਤੋਂ ਜ਼ਿਆਦਾ ਇੰਡੀਅਨਸ ਹੈਗੇ ਆ। ਉਹ ਫ੍ਰੀਲਾਂਸਰ ਹੈ, ਇੰਡੀਆ 'ਚ ਬੈਠੇ ਹੈ, ਉੱਥੇ ਨਹੀਂ ਗਏ ਹੋਏ ਕੰਮ ਕਰਨ ਅਮਰੀਕਾ ਦੇ ਵਿੱਚ, ਇੱਥੋਂ ਕੰਮ ਕਰਕੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਤਾਂ ਜਿਹਨੂੰ ਇੱਕ ਗੌਰਮੈਂਟ ਦੀ ਸਪੋਰਟ ਆ ਜਾਂਦੀ ਹੈ ਕਿ ਅਸੀਂ ਤੁਹਾਨੂੰ ਪ੍ਰਮੋਟ ਕਰਦੇ ਹਾਂ, ਤੁਸੀਂ ਬਣਾਓ ਤਾਂ ਅਸੀਂ ਤੁਹਾਡੇ ਪਿੱਛੇ ਖੜ੍ਹੇ ਹਾਂ, ਤਾਂ ਇੱਕ ਐਨਰਜੀ ਆ ਜਾਂਦੀ, ਇੱਕ ਔਰਾ ਆ ਜਾਂਦਾ, ਇੱਕ ਕਾਈਂਡ ਆਫ ਐਨਰਜੀ ਟੂ ਇਨਫੈਕਟੂਏਟ ਥਿੰਗਸ। ਇੱਕ ਚੀਜ਼ ਦੱਸੀਏ ਕਿ ਸਟ੍ਰਾਈਕਸ ਬਹੁਤ ਸਾਰੇ ਲੋਕਾਂ ਦੀਆਂ ਆ ਰਹੀਆਂ, ਤੁਹਾਨੂੰ ਸਟ੍ਰਾਈਕਸ ਕਿਉਂ ਭੇਜ ਰਹੇ ਆ ਅਤੇ ਕੌਣ ਭੇਜ ਰਿਹਾ? ਰਿਪਬਲਿਕ ਆਫ ਚਾਈਨਾ, ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਇੱਕ ਟਿਕਟੋਕ 6 ਦਿਨ ਦੇ ਵਿੱਚ ਇੰਡੀਆ ਨੇ ਲਾਂਚ ਕਰ ਦਿੱਤੀ। ਇਹ ਹੋ ਕਿੱਦਾਂ ਸਕਦਾ? ਉਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਨੰਬਰ ਆਫ ਐਪਸ ਆਉਣਗੀਆਂ ਇੰਡੀਆ 'ਚ, ਤਾਂ ਓਬੀਅਸਲੀ ਜਿਹੜਾ ਉਹਨਾਂ ਦਾ ਰੈਵਨਿਊ ਸੀਗਾ ਉਹ ਘੱਟ ਗਿਆ। ਉਹਨਾਂ ਨੇ ਆਪ ਮੰਨਿਆ ਟਿਕਟੋਕ ਨੇ ਕਿ ਮੈਂ ਤਾਂ ਚਾਈਨਾ ਨੂੰ ਛੱਡਣ ਨੂੰ ਤਿਆਰ ਹਾਂ ਕਿ ਇੰਡੀਆ ਮੈਨੂੰ ਦੁਬਾਰਾ ਕਰ ਦੇਵੇ ਇਨੇਬਲ, ਮੈਂ ਚਾਈਨਾ ਨਾਲ ਬਿਜ਼ਨਸ ਕਰਨਾ ਬੰਦ ਕਰ ਦਿੰਦਾ, ਚਾਈਨਾ ਕੰਟਰੀ ਤੋਂ ਕੰਪਨੀ ਬਾਹਰ ਕੱਢ ਲੈਣਾ। ਉਹਨਾਂ ਨੂੰ ਕੀ ਲੋੜ ਪੈ ਗਈ? ਉਹ ਓਬੀਅਸਲੀ ਇੱਕ ਅਸੀਂ ਜਿਹਨੂੰ ਅਸੀਂ ਵੀ ਆਰ ਇਨ ਸਟੇਟ ਆਫ ਵਾਰ, ਇਟਸ ਅ ਡਿਜੀਟਲ ਵਾਰ। ਕਾਫੀ ਲੋਕਾਂ ਨੂੰ ਪਤਾ ਹੈ ਜਾਂ ਹੁਣ ਪਤਾ ਲੱਗੇਗਾ ਕਿ ਇਹ ਬਹੁਤ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਜਿਹਨੂੰ ਫੇਸਬੁੱਕ ਦੇ ਟਾਈਮ ਦੀ, ਇੰਸਟਾਗ੍ਰਾਮ ਜਿਹਨੂੰ ਆਈ ਸੀ, ਜਿਹਨੂੰ ਸਟ੍ਰਾਈਕਸ ਆਉਂਦੀਆਂ ਸੀਗੀਆਂ, ਚਾਈਨਾ ਨੇ ਲਾਂਚ ਕੀਤੀਆਂ, ਕਾਫੀ ਪ੍ਰੋਡਕਟਸ ਲਾਂਚ ਕੀਤੇ ਵੀ ਟਿਕਟੋਕ, ਅਲੀ ਬਾਬਾ ਆ ਗਿਆ ਐਂਡ ਆਲ ਦੈਟ। ਅਲੀ ਬਾਬਾ, ਐਮਾਜ਼ਨ ਇੰਡੀਆ ਆ ਗਿਆ, ਸਨੈਪਡੀਲ ਆ ਗਿਆ, ਫਲਿੱਪਕਾਰਟ ਆ ਗਿਆ। ਬਹੁਤ ਜ਼ਿਆਦਾ ਡਿਜੀਟਲ ਵਾਰ ਸੀਗੀ। ਇਹ ਲੋਕਾਂ ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋਏਗਾ। ਅਵੇਅਰਨੈਸ ਨਹੀਂ ਸੀ ਪਹਿਲਾਂ, ਜਿਹੜੇ ਡਿਜੀਟਲੀ ਅਵੇਅਰ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਵਾਰ ਚੱਲਦੀ ਵੀ, ਉਹਨਾਂ ਦੀ ਰੇਟਿੰਗ ਉੱਪਰ ਆ ਗਈ, ਉਹਦੀ ਥੱਲੇ ਆ ਗਈ ਐਂਡ ਆਲ ਦੈਟ। ਬਟ ਹੁਣ ਸਾਰਾ ਜਿਹੜਾ ਸਿਸਟਮ ਹੈਗਾ ਉਹਦਾ ਓਪਨ ਹੈ ਕਿ ਅਸੀਂ ਚਾਈਨਾ ਨੂੰ ਬਾਈਕਾਟ ਕਰ ਦਿੱਤਾ, ਅਸੀਂ ਕਰਕੇ ਦਿਖਾ ਲਾਂਗੇ। ਮੈਂ ਜਿਹੜੇ ਫਰੰਟ 'ਤੇ ਲੜ ਸਕਦਾ ਮੈਂ ਉੱਥੇ ਲੜਦਾ, ਕਿਉਂ? ਮੇਰੇ ਕੋਲ ਬੰਦੂਕ ਨਹੀਂ ਹੈਗੀ, ਨਹੀਂ ਤਾਂ ਮੈਂ ਉੱਥੇ ਲੜ ਲੈਂਦਾ, ਹੈ ਨਾ। ਜੋ ਮੇਰੇ ਕੋਲ ਸਕਿੱਲਸ ਹੈਗੀਆਂ ਮੈਂ ਉੱਥੇ ਲੜ ਰਿਹਾ। ਜੋ ਤੁਹਾਡੇ ਕੋਲ ਸਕਿੱਲਸ ਹੈਗੀ ਤੁਸੀਂ ਉੱਥੇ ਲੜੋ ਇੱਕ ਕੰਟਰੀ ਲਈ,
ਤੇ ਆਪਾਂ ਦੇਖਾਂਗੇ, ਬਿਲਕੁਲ ਆਪਾਂ ਫਾਈਟ ਕਰਾਂਗੇ, ਸਟ੍ਰਾਈਕ ਜਿੰਨੀਆਂ ਮਾਰਨੀਆਂ ਮਾਰ ਲੈਣ, ਇੱਕ ਦਿਨ ਤਾਂ ਉੱਪਰ ਆਣੀ ਹੈ। ਜੇ 2 ਦਿਨ ਮੇਰੀ ਐਪ ਲਟਕਾ ਦੇਣਗੇ, ਮੇਰੇ 3 ਦਿਨ ਗੂਗਲ ਨੇ ਲਏ ਹੈ, 2 ਘੰਟੇ ਦੇ ਵਿੱਚ ਇੱਕ ਐਪ ਰਿਵਿਊ ਕਰਦੇ ਹੈ, ਮੇਰੀ ਐਪ ਨੂੰ ਉਹਨਾਂ 3 ਦਿਨ ਲਾਏ ਹੈ, ਮੇਰੇ ਨਾਮ 'ਤੇ ਸਰਟੀਫਿਕੇਟ ਦਿੱਤਾ, ਮੇਰੀ ਕੰਪਨੀ ਦੇ ਨਾਮ 'ਤੇ ਦਿੱਤਾ, ਫਿਰ ਕੰਪਨੀ ਦੇ ਨਾਂ 'ਤੇ ਦਿੱਤਾ, ਇੱਕ ਦੋ ਦਿਨ ਹੋਰ ਲਾ ਲਓ, ਕਰ ਲਓਗੇ। ਐਟ ਦਾ ਐਂਡ ਤਾਂ ਹੈਗਾ ਹੀ ਹੈ ਨਾ, ਜਿਹੜੀ ਚੀਜ਼ ਜੈਨੂਨ ਕਰਦੇ ਪਏ ਹਾਂ ਅਸੀਂ, ਜੋ ਲੜਦੇ ਪਏ ਹਾਂ, ਤਗੜੇ ਹੋ ਕੇ ਲੜਾਂਗੇ। ਠੀਕ ਹੈ ਸੁਮੇਸ਼ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਸੁਮੇਸ਼ ਸੈਣੀ ਜਲੰਧਰ ਦੇ ਨਿਵਾਸੀ ਨੇ, ਇਹਨਾਂ ਨੇ ਟਿਕਟੌਕ ਬਣਾ ਦਿੱਤਾ, ਸਵਦੇਸ਼ੀ ਟਿਕਟੌਕ, ਜੋ ਕਿ ਇਹਨਾਂ ਨੂੰ ਸਪੋਰਟ ਲੋਕਾਂ ਦਾ ਮਿਲਦਾ ਹੋਇਆ ਨਜ਼ਰ ਆ ਰਿਹਾ। ਜਿੱਦਾਂ ਇਹਨਾਂ ਨੇ ਦੱਸਿਆ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਰਿਵਿਊ ਜੋ ਰਿਪੋਰਟ ਆਊਗੀ ਕਿ ਕਿੰਨੇ ਡਾਊਨਲੋਡਸ ਕਿੰਨੇ ਹੋਏ ਆ। ਤੇ ਚਾਈਨਾ ਦੀ ਟਿਕਟੌਕ ਐਪ ਸੀ ਜਿਸ ਨੂੰ ਇੰਡੀਆ ਨੇ ਬੈਨ ਕਰ ਦਿੱਤਾ ਤਣਾਅ ਤੋਂ ਬਾਅਦ, ਔਰ ਹੁਣ ਇਹਨਾਂ ਨੇ ਸਵਦੇਸ਼ੀ ਦੇਸੀ ਟਿਕਟੌਕ ਜਿਹੜੀ ਹੈ ਉਹ ਬਣਾ ਦਿੱਤੀ ਹੈ ਇੰਡੀਆ ਦੇ ਲੋਕਾਂ ਲਈ। ਵਿਦੇਸ਼ ਤੋਂ ਵੀ ਲੋਕਾਂ ਦਾ ਸਪੋਰਟ ਮਿਲਦਾ ਹੋਇਆ ਇਹਨਾਂ ਨੂੰ ਨਜ਼ਰ ਆ ਰਿਹਾ, ਔਰ ਫੀਚਰਸ ਬਿਲਕੁਲ ਸੇਮ ਰਹਿਣਗੇ। ਤੇ ਹੁਣ ਇਹਨਾਂ ਨੇ ਮੋਨਟਾਈਜੇਸ਼ਨ ਵੀ ਔਨ ਕੀਤੀ ਹੈ। ਇਸ ਦੇ ਵਿੱਚ ਤੁਸੀਂ ਪਹਿਲਾਂ ਟਿਕਟੌਕ ਤੋਂ ਲੋਕ ਪੈਸਾ ਨਹੀਂ ਕਮਾ ਸਕਦੇ ਸੀ, ਪਰ ਹੁਣ YouTube ਦੀ ਤਰ੍ਹਾਂ ਇਸ ਟਿਕਟੌਕ ਤੋਂ ਵੀ ਤੁਸੀਂ ਪੈਸਾ ਕਮਾ ਸਕਦੇ ਹੋ। ਇਸ ਚੀਜ਼ ਦਾ ਇਹ ਦਾਅਵਾ ਕਰ ਰਹੇ ਨੇ। ਕੈਮਰਾ ਪਰਸਨ ਸਾਗਰ ਦੇ ਨਾਲ ਵਿਕਰਮ ਸਿੰਘ ਕੰਬੋਜ, ਜਗਬਾਣੀ TV, ਜਲੰਧਰ।